ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧ ਸੰਗਤ ਜੀ, ਤੁਸੀਂ ਵੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ। ਸਾਧ ਸੰਗਤ, ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 9ਵੀਂ ਪਾਤਸ਼ਾਹੀ ਦਾ ਜੀਵਨ ਬਿਰਤਾਂਤ ਆਰੰਭ ਕਰਨ ਲੱਗੇ ਹਾਂ। ਗੁਰੂ ਮੰਗਲ ਦੋਹਰਾ। ਹਿੰਦੂ ਧਰਮ ਧਰਮੂਲ ਕੋ ਰਾਖਿਓ ਧਰਨ ਮਜਾਰ। ਤੇਗ ਬਹਾਦਰ ਸਤਿਗੁਰ ਤ੍ਰਿਣ ਸਮਾਨ ਤਨ ਡਾਰ। ਸ਼੍ਰੀ ਗੁਰੂ ਤੇਗ ਬਹਾਦਰ ਜੀ ਸ਼੍ਰੀ ਗੁਰੂ ਹਰਗੋਬਿੰਦ ਜੀ ਦੇ ਘਰ ਮਾਤਾ ਨਾਨਕੀ ਜੀ ਦੀ ਪਵਿੱਤਰ ਕੁੱਖ ਤੋਂ ਐਤਵਾਰ ਵਿਸਾਖ ਵਦੀ ਪੰਚਮੀ ਸੰਮਤ 1678 ਬਿਕਰਮੀ ਨੂੰ ਅੰਮ੍ਰਿਤਸਰ ਵਿੱਚ ਅਵਤਾਰ ਧਾਰੀ ਹੋਏ ਸਨ। ਆਪ ਜੀ ਦਾ ਵਿਆਹ ਸ਼੍ਰੀ ਲਾਲਚੰਦ ਸੁਭਿੱਖੀ ਖੱਤਰੀ ਦੀ ਸਪੁੱਤਰੀ ਸ਼੍ਰੀ ਗੁਜਰੀ ਜੀ ਨਾਲ 15 ਅੱਸੂ ਵਦੀ ਪੰਜ ਸੰਮਤ 1698 ਬਿਕਰਮੀ ਨੂੰ ਕਰਤਾਰਪੁਰ ਹੋਇਆ। ਆਪ ਜੀ ਦੇ ਗ੍ਰਹਿ ਵਿਖੇ ਮਾਤਾ ਗੁਜਰੀ ਜੀ ਦੀ ਪਵਿੱਤਰ ਕੁੱਖ ਤੋਂ ਪਟਨੇ ਸ਼ਹਿਰ ਵਿੱਚ ਪੋਹ ਸੁਦੀ ਸਪਤਮੀ ਐਤਵਾਰ ਸੰਮਤ 1723 ਬਿਕਰਮੀ ਨੂੰ ਸਵਾ ਪਹਿਰ ਰਾਤ ਰਹਿੰਦੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਵਤਾਰ ਧਾਰਨ ਕੀਤਾ। ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਨੇ ਦਿੱਲੀ ਵਿੱਚ ਜੋਤੀ ਜੋਤ ਸਮਾਉਣ ਤੋਂ ਪਹਿਲਾਂ 5 ਪੈਸੇ ਦੇ ਨਾਰੀਅਲ ਥਾਲ ਵਿੱਚ ਰੱਖ ਕੇ ਉਸ ਨੂੰ ਮੱਥਾ ਟੇਕ ਕੇ ਬਚਨ ਕੀਤਾ ਸੀ ਕਿ ਗੁਰੂ ਬਾਬਾ ਬਕਾਲੇ ਹੈ। ਜਦ ਸ਼੍ਰੀ ਗੁਰੂ ਹਰਗੋਬਿੰਦ ਜੀ ਨੇ ਗੁਰਿਆਈ ਗੱਦੀ ਆਪਣੇ ਛੋਟੇ ਪੋਤਰੇ ਸ਼੍ਰੀ ਹਰਿ ਰਾਏ ਜੀ ਨੂੰ ਦੇ ਦਿੱਤੀ ਅਤੇ ਆਪ ਜੀ ਨੇ ਜੋਤੀ ਜੋਤ ਸਮਾਉਣ ਦਾ ਨਿਰਣਾ ਕਰ ਲਿਆ ਤਾਂ ਮਾਤਾ ਨਾਨਕੀ ਜੀ ਨੇ ਆਪ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਿ ਮਹਾਰਾਜ, ਮੇਰੇ ਪੁੱਤਰ ਸ਼੍ਰੀ ਤੇਗ ਬਹਾਦਰ ਵੱਲ ਤੁਸਾਂ ਕੋਈ ਧਿਆਨ ਨਹੀਂ ਦਿੱਤਾ। ਉਹ ਸੰਤ ਸਰੂਪ ਹਨ, ਉਹਨਾਂ ਦਾ ਨਿਰਵਾਹ ਕਿਸ ਤਰ੍ਹਾਂ ਹੋਵੇਗਾ। ਆਪਣੀ ਸੁਪਤਨੀ ਦੀ ਇਹ ਦੀਨ ਬਿਨੈ ਸੁਣ ਕੇ ਗੁਰੂ ਜੀ ਨੇ ਬਚਨ ਕੀਤਾ ਕਿ ਇਸ ਸਮੇਂ ਤੁਸੀਂ ਆਪਣੇ ਪੁੱਤਰ ਸ਼੍ਰੀ ਤੇਗ ਬਹਾਦਰ ਜੀ ਨੂੰ ਲੈ ਕੇ ਆਪਣੇ ਪੇਕੇ ਬਕਾਲੇ ਪਿੰਡ ਚਲੇ ਜਾਓ। ਸਮੇਂ ਸਿਰ ਇਹਨਾਂ ਨੂੰ ਗੁਰਿਆਈ ਵੀ ਪ੍ਰਾਪਤ ਹੋ ਜਾਵੇਗੀ। ਗੁਰੂ ਜੀ ਦਾ ਬਚਨ ਮੰਨ ਕੇ ਮਾਤਾ ਨਾਨਕੀ ਜੀ ਸ਼੍ਰੀ ਤੇਗ ਬਹਾਦਰ ਜੀ ਨੂੰ ਨਾਲ ਲੈ ਕੇ ਪੇਕੇ ਘਰ ਬਕਾਲੇ ਆ ਗਈ। ਉੱਥੇ ਆ ਕੇ ਸ਼੍ਰੀ ਤੇਗ ਬਹਾਦਰ ਜੀ ਨਵੇਕਲੇ ਘਰ ਵਿੱਚ ਬੈਠ ਕੇ ਭਜਨ ਸਿਮਰਨ ਕਰਦੇ ਰਹਿੰਦੇ ਅਤੇ ਹੋਰ ਕਿਸੇ ਕਾਰ ਵਿਹਾਰ ਵੱਲ ਕੋਈ ਧਿਆਨ ਨਾ ਦਿੰਦੇ। ਇਸ ਤਰ੍ਹਾਂ ਹੀ ਨਾਮ ਸਿਮਰਨ ਦੀ ਤਪ ਘਾਲਣਾ ਵਿੱਚ ਆਪ ਜੀ ਨੇ 21-22 ਸਾਲ ਬਿਤਾ ਦਿੱਤੇ। ਜਦ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਨੇ ਗੁਰੂ ਬਾਬਾ ਬਕਾਲੇ ਨੂੰ ਗੁਰਿਆਈ ਦੇ ਦਿੱਤੀ ਤਾਂ ਬਚਨ ਸਾਰੇ ਸਿੱਖ ਸੇਵਕਾਂ ਵਿੱਚ ਪ੍ਰਗਟ ਹੋ ਗਿਆ। ਤਾਂ ਆਪ ਜੀ ਭੋਰੇ ਵਿੱਚ ਸਮਾਧੀ ਲਾ ਕੇ ਛੁਪ ਕੇ ਬੈਠ ਗਏ। ਜਦ 15 ਦਿਨ ਉਪਰੰਤ ਆਪ ਜੀ ਦੀ ਸਮਾਧੀ ਖੁੱਲੀ ਤਾਂ ਮਾਤਾ ਜੀ ਨੇ ਕਿਹਾ, ਬੇਟਾ, ਆਪ ਸੰਗਤਾਂ ਵਿੱਚ ਪ੍ਰਗਟ ਹੋ ਕੇ ਦਰਸ਼ਨ ਦਿਓ ਅਤੇ ਉਹਨਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰੋ। ਗੁਰੂ ਜੀ ਨੇ ਮਾਤਾ ਜੀ ਨੂੰ ਇਸ ਦਾ ਕੋਈ ਉੱਤਰ ਨਾ ਦਿੱਤਾ ਅਤੇ ਆਪਣੀ ਲਿਵ ਵਿੱਚ ਹੀ ਲੀਨ ਰਹੇ। ਪਰ ਦੂਜੇ ਪਾਸੇ ਧੀਰਮਲ ਜੀ ਗੁਰਗੱਦੀ ਲਾ ਕੇ ਬਕਾਲੇ ਆਣ ਕੇ ਬੈਠ ਗਏ ਕਿ ਬਕਾਲੇ ਵਾਲਾ ਬਾਬਾ ਗੁਰੂ ਮੈਂ ਹੀ ਹਾਂ। ਧੀਰਮਲ ਨੇ ਆਪਣੇ ਮਸੰਦ ਵੀ ਇਸ ਗੱਲ ਦਾ ਪ੍ਰਚਾਰ ਕਰਨ ਵਾਸਤੇ ਥਾਂ ਥਾਂ ਨਿਯਤ ਕਰ ਦਿੱਤੇ। ਇਹਨਾਂ ਨੂੰ ਵੇਖ ਕੇ ਹੋਰ ਸੋਢੀ ਵੀ ਇੱਥੇ ਆ ਕੇ ਡੇਰਾ ਲਾ ਬੈਠੇ। ਇਹ ਆਪਾ ਧਾਪੀ ਵੇਖ ਕੇ ਸ਼ਰਧਾਵਾਨ ਸਿੱਖ ਡੱਕੋ ਡੋਲੇ ਖਾਣ ਲੱਗੇ। ਮੱਖਣ ਸ਼ਾਹ ਲੁਬਾਣਾ ਪਿੰਡ ਟਾਂਡਾ ਜ਼ਿਲ੍ਹਾ ਜੇਹਲਮ ਦੇ ਰਹਿਣ ਵਾਲਾ ਦੇਸ਼ਾਂ ਵਿਦੇਸ਼ਾਂ ਵਿੱਚੋਂ ਵਪਾਰ ਦਾ ਕੰਮ ਕਰਦਾ ਸੀ। ਇੱਕ ਵੇਰ ਜਦ ਉਹ ਕਿਸੇ ਬਾਹਰਲੇ ਦੇਸ਼ ਤੋਂ ਜਹਾਜ਼ ਦਾ ਮਾਲ ਲੱਦ ਕੇ ਸਮੁੰਦਰ ਰਸਤੇ ਦੇਸ਼ ਨੂੰ ਆ ਰਿਹਾ ਸੀ ਤਾਂ ਸਮੁੰਦਰ ਵਿੱਚ ਤੂਫਾਨ ਆਉਣ ਦੇ ਕਾਰਨ ਜਹਾਜ਼ ਇੱਕ ਰੇਤਲੀ ਜੇਲ੍ਹਣ ਵਿੱਚ ਫਸ ਗਿਆ। ਜਦ ਜਹਾਜ਼ ਨੂੰ ਉੱਥੋਂ ਕੱਢਣ ਦੀ ਮੱਖਣ ਸ਼ਾਹ ਦੀ ਕੋਈ ਪੇਸ਼ ਨਾ ਗਈ ਤਾਂ ਬੇਵਸ ਹੋ ਕੇ ਗੁਰੂ ਸਾਹਿਬ ਦਾ ਧਿਆਨ ਧਰ ਕੇ ਹੱਥ ਜੋੜ ਕੇ ਅਰਦਾਸ ਕੀਤੀ, ਸੱਚੇ ਪਾਤਸ਼ਾਹ, ਮੈਂ ਗੁਰੂ ਘਰ ਦਾ ਸੇਵਕ ਹਾਂ, ਮੇਰੀ ਸਹਾਇਤਾ ਕਰੋ। ਮੇਰਾ ਜਹਾਜ਼ ਜਿੱਲਣ ਵਿੱਚੋਂ ਕੱਢ ਕੇ ਬੰਨੇ ਲਾ ਦਿਓ। ਮੈਂ 500 ਮੋਹਰਾਂ ਆਪ ਜੀ ਦੀ ਭੇਟਾ ਕਰਾਂਗਾ। ਮੱਖਣ ਸ਼ਾਹ ਦੀ ਬੇਨਤੀ ਜਦ ਅੰਤਰਜਾਮੀ ਗੁਰੂ ਜੀ ਨੇ ਸੁਣੀ ਤਾਂ ਆਪ ਨੇ ਆਪਣਾ ਮੋਢਾ ਦੇ ਕੇ ਮੱਖਣ ਸ਼ਾਹ ਦਾ ਡੁੱਬਦਾ ਜਹਾਜ਼ ਬੰਨੇ ਲਾਇਆ ਅਤੇ ਆਪਣੇ ਸੇਵਕ ਦੀ ਅਰਦਾਸ ਕਬੂਲ ਕੀਤੀ। ਜਹਾਜ਼ ਬੰਨੇ ਲਾ ਕੇ ਮੱਖਣ ਸ਼ਾਹ ਨੇ ਜਦ ਸਾਰਾ ਮਾਲ ਵੇਚ ਲਿਆ
ਤਾਂ ਉਹ ਸੁਖਣਾ ਦੇਣ ਵਾਸਤੇ ਪੰਜਾਬ ਆਇਆ। ਪੰਜਾਬ ਆ ਕੇ ਉਸ ਨੂੰ ਪਤਾ ਲੱਗਾ ਕਿ ਇਸ ਸਮੇਂ ਗੁਰੂ ਜੀ ਬਕਾਲੇ ਵਿੱਚ ਨਿਵਾਸ ਰੱਖਦੇ ਹਨ। ਉਸ ਨੇ ਬਕਾਲੇ ਪਹੁੰਚ ਕੇ ਵੇਖਿਆ ਕਿ ਉੱਥੇ ਕਈ ਗੁਰੂ ਬਣੇ ਬੈਠੇ ਹਨ। ਕਿਸ ਨੂੰ ਸੁਖਣਾ ਦੀਆਂ 500 ਮੋਹਰਾਂ ਭੇਟਾ ਕਰਾਂ। ਤਦ ਉਸਨੇ ਇਹ ਵਿਚਾਰ ਕੀਤੀ ਕਿ ਜਿਹੜਾ ਆਪਣੀ ਸੁਖਣਾ ਦੀਆਂ 500 ਮੋਹਰਾਂ ਮੰਗ ਲਵੇਗਾ ਉਹੀ ਸੱਚਾ ਗੁਰੂ ਹੋਵੇਗਾ। ਉਸਨੇ ਹਰ ਇੱਕ ਗੱਦੀ ਲਾ ਕੇ ਬੈਠੇ ਗੁਰੂ ਅੱਗੇ 2-2 ਮੋਹਰਾਂ ਰੱਖ ਕੇ ਮੱਥਾ ਟੇਕਿਆ, ਪਰ ਜਦ ਕਿਸੇ ਨੇ ਵੀ ਸੁਖਣਾ ਦੀ 500 ਮੋਹਰ ਨਾ ਮੰਗੀ ਤਾਂ ਫਿਰ ਉਹ ਸੱਚੇ ਪਾਤਸ਼ਾਹ ਸੱਚੇ ਗੁਰੂ ਦੀ ਭਾਲ ਵਿੱਚ ਪੁੱਛਦਾ ਪਛਾਉਂਦਾ ਸ਼੍ਰੀ ਤੇਗ ਬਹਾਦਰ ਜੀ ਪਾਸ ਪਹੁੰਚ ਗਿਆ। ਆਪ ਜੀ ਭੋਰੇ ਵਿੱਚ ਬੈਠੇ ਸਨ। ਮੱਖਣ ਸ਼ਾਹ ਨੇ ਮਾਤਾ ਜੀ ਤੋਂ ਪੁੱਛ ਕੇ ਭੋਰੇ ਵਿੱਚ ਜਾ ਕੇ ਜਦ 2 ਮੋਹਰਾਂ ਰੱਖ ਕੇ ਆਪ ਜੀ ਨੂੰ ਮੱਥਾ ਟੇਕਿਆ ਤਾਂ ਆਪ ਜੀ ਨੇ ਹੱਸ ਕੇ ਕਿਹਾ, ਮੱਖਣ ਸ਼ਾਹ, ਤੂੰ 500 ਮੋਹਰਾਂ ਗੁਰੂ ਘਰ ਦੀ ਸੁਖਣਾ ਸੁੱਖ ਕੇ ਹੁਣ 2 ਮੋਹਰਾਂ ਹੀ ਦਿੰਦਾ ਹੈ। ਤੈਨੂੰ ਗੁਰੂ ਘਰ ਦੀ ਪੂਰੀ ਸੁਖਣਾ ਦੇਣੀ ਚਾਹੀਦੀ ਹੈ। ਗੁਰੂ ਜੀ ਦਾ ਇਹ ਬਚਨ ਸੁਣ ਕੇ ਮੱਖਣ ਸ਼ਾਹ ਨੂੰ ਯਕੀਨ ਆ ਗਿਆ ਕਿ ਇਹੀ ਬਕਾਲੇ ਵਾਲੇ ਸੱਚੇ ਗੁਰੂ ਹਨ। ਉਸਨੇ ਤਤਛਿਣ ਹੀ 500 ਮੋਹਰ ਗੁਰੂ ਜੀ ਦੀ ਭੇਟਾ ਕਰ ਦਿੱਤੀ ਅਤੇ ਖੁਸ਼ੀ ਨਾਲ ਕੋਠੇ ਉੱਤੇ ਚੜ੍ਹ ਕੇ ਉੱਚੀ ਉੱਚੀ ਪੱਲਾ ਫੇਰ ਕੇ ਕਿਹਾ, ਗੁਰੂ ਲਾਧੋ ਰੇ, ਗੁਰੂ ਲਾਧੋ ਰੇ। ਇਸ ਤਰ੍ਹਾਂ ਜਦ ਸਭ ਨੂੰ ਪਤਾ ਲੱਗ ਗਿਆ ਕਿ ਬਕਾਲੇ ਵਾਲੇ ਬਾਬਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਹਨ ਤਾਂ ਸੰਗਤਾਂ ਹੁਮ ਹਮਾ ਕੇ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਆਉਣ ਇਕੱਠੀਆਂ ਹੋਈਆਂ। ਮੱਖਣ ਸ਼ਾਹ ਨੇ ਸਭ ਨੂੰ ਆਪਣੀ ਵਾਰਤਾ ਸੁਣਾਈ ਕਿ ਉਸਨੇ ਇਹਨਾਂ ਨੂੰ ਕਿਸ ਤਰ੍ਹਾਂ ਪਰਖ ਕੇ ਸੱਚਾ ਗੁਰੂ ਮੰਨਿਆ ਹੈ। ਇਹ ਵਾਰਤਾ ਸੁਣ ਕੇ ਸ਼ਰਧਾਵਾਨ ਸਿੱਖ ਸੇਵਕਾਂ ਨੇ ਗੁਰੂ ਜੀ ਅੱਗੇ ਭੇਟਾ ਰੱਖ ਕੇ ਮੱਥਾ ਟੇਕਿਆ। ਦੂਸਰੇ ਦਿਨ ਮਾਤਾ ਜੀ ਅਤੇ ਭਾਈ ਗੜੀਏ ਨਾਲ ਸਲਾਹ ਕਰਕੇ ਮੱਖਣ ਸ਼ਾਹ ਨੇ ਚਾਂਦਨੀਆਂ ਚਦੋਇਆ ਲਗਵਾ ਕੇ ਅਤੇ ਹੇਠਾਂ ਦਰੀਆਂ ਵਿਛਾ ਕੇ ਗੁਰੂ ਜੀ ਦੇ ਦੀਵਾਨ ਵਾਸਤੇ ਤਿਆਰੀ ਕਰਕੇ ਗੁਰੂ ਜੀ ਨੂੰ ਗੱਦੀ ਲਗਵਾ ਕੇ ਬਿਠਾ ਦਿੱਤਾ। ਗੁਰੂ ਜੀ ਦਾ ਦੀਵਾਨ ਵਿੱਚ ਪ੍ਰਗਟ ਹੋ ਕੇ ਬੈਠਣਾ ਸੁਣ ਕੇ ਸਿੱਖ ਸੇਵਕ ਹੁਮ ਹੁਮਾ ਕੇ ਦਰਸ਼ਨ ਕਰਨ ਆਏ ਅਤੇ ਸਭ ਨੇ ਯਥਾਯੋਗ ਭੇਟਾ ਅਰਪਣ ਕਰਕੇ ਗੁਰੂ ਜੀ ਨੂੰ ਮੱਥਾ ਟੇਕਿਆ। ਇਸ ਤਰ੍ਹਾਂ ਸੰਗਤਾਂ ਦੀ ਆਵਾਜਾਈ ਅਤੇ ਗੁਰੂ ਜੀ ਨੂੰ ਭੇਟਾ ਅਰਪਣ ਹੁੰਦੀ ਵੇਖ ਕੇ ਧੀਰਮਲ ਨੇ ਆਪਣੇ ਸ਼ੀਹੇ ਮਸੰਦ ਨਾਲ ਆਦਮੀ ਭੇਜ ਕੇ ਗੁਰੂ ਜੀ ਦਾ ਸਾਰਾ ਚੜਾਵਾ ਜੋ ਸੰਗਤਾਂ ਨੇ ਭੇਟਾ ਅਰਪਣ ਕੀਤਾ ਸੀ ਚੁੱਕ ਲਿਆ। ਇਸ ਸਮੇਂ ਸ਼ੀਹੇ ਮਸੰਦ ਨੇ ਗੁਰੂ ਜੀ ਨੂੰ ਮਾਰ ਦੇਣ ਵਾਸਤੇ ਆਪ ਜੀ ਉੱਤੇ ਬੰਦੂਕ ਦੀ ਗੋਲੀ ਵੀ ਚਲਾਈ ਜੋ ਖਾਲੀ ਗਈ ਅਤੇ ਗੁਰੂ ਜੀ ਬਚ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।